ਇੱਕ ਕੁੜੀ ਕੁੰਜ ਵਰਗੀ ਸਾਨੂੰ ਰੋਗੀ ਜੀ ਕਰ ਗਈ। ਉਹ ਹਰਪਾਲ ਕਿੱਥੇ ਮਰ ਗਿਆ? ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਅੱਜ ਕਿਸੇ ਵੀ ਟਰੱਕ ਵਾਲੇ ਨੂੰ ਖਾਲੀ ਨਹੀਂ ਜਾਣ ਦੇਣਾ। ਖੱਲ ਲਾ ਦੇਣੀ ਆ ਆਪਾਂ ਇੱਕ ਇੱਕ ਦੀ। ਡਰਾਈਵਰੀ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਪੁੱਤ। ਸੜਕਾਂ ਤੇ ਹੱਡ ਗਾਲਣੇ ਪੈਂਦੇ ਆ। ਉੱਤੋਂ ਆ ਪੁਲਿਸ ਸਾਡੀ ਜਾਨ ਨਹੀਂ ਛੱਡਦੇ। ਨਜਾਇਜ਼ ਪੈਸੇ ਮੰਗਦੇ ਰਹਿੰਦੇ ਆ। ਉੱਤੋਂ ਜੇ ਕੋਈ ਸਵਾਲ ਪੁੱਛ ਲੋ ਫੇਰ ਇੰਜ ਰੋਹ ਮਾਰਦੇ ਆ ਜਿੱਦਾਂ ਅਸੀਂ ਇਹਨਾਂ ਦੀ ਪੈਰ ਦੀ ਜੁੱਤੀ ਹੋਈਏ। ਓਏ ਦੇਖ ਹਰਪਾਲ, ਆਹ ਟਰੱਕ ਕਿਵੇਂ ਲੱਦਿਆ ਪਿਆ। ਹਰਪਾਲ ਹੋ ਜਾ ਤਿਆਰ, ਇਹਨਾਂ ਦੀ ਅੱਜ ਖਬਰ ਲਈਏ। ਓਏ ਚੁੱਪ ਕਰਕੇ ਬੰਦੇ ਦਾ ਪੁੱਤ ਬਣ ਤੇ ਥੱਲੇ ਉਤਰ। ਟਰੱਕ ਭਜਾਉਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤਾਂ ਬਹੁਤ ਬੁਰਾ ਹੋਊ। ਓਏ ਤੂੰ ਬਾਹਰ ਨਿਕਲ। ਚੱਲ ਚਲਾਨ ਕਟਾ 50,000 ਦਾ, ਨਹੀਂ ਤਾਂ ਟਰੱਕ ਲਾ ਦਿਓ ਸਾਈਡ ਤੇ। ਹਾਏ ਓਏ ਮੇਰਿਆ ਰੱਬਾ, ਕਿਸੇ ਨੂੰ ਤਾਂ ਘੱਲ ਜਿਹੜਾ ਇਹਨਾਂ ਹੰਕਾਰੀਆਂ ਦਾ ਹੰਕਾਰ ਤੋੜੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਵਰਦੀ ਤੇ ਅਸੀਂ ਭਰੋਸਾ ਕਰਦੇ ਹਾਂ, ਜੇ ਉਹੀ ਵਰਦੀ ਲੁਟੇਰੀ ਬਣ ਜਾਵੇ ਤਾਂ ਇੱਕ ਆਮ ਬੰਦਾ ਕਿੱਥੇ ਜਾਵੇ? ਇੱਕ ਪਾਸੇ ਮਿਹਨਤ ਦੀ ਕਮਾਈ ਨਾਲ ਭਰਿਆ ਕਿਸਾਨ ਦਾ ਟਰੱਕ ਸੀ ਤੇ ਦੂਜੇ ਪਾਸੇ ਰਿਸ਼ਵਤ ਦੀ ਭੁੱਖੀ ਵਰਦੀ। ਪਰ ਇਸ ਵਾਰ ਧੱਕਾ ਕਰਨ ਵਾਲੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਸ ਕਿਸਾਨ ਨੂੰ ਲੁੱਟ ਰਿਹਾ ਹੈ ਉਸ ਦਾ ਪੁੱਤ ਪੂਰੇ ਸਿਸਟਮ ਨੂੰ ਹਿਲਾਉਣ ਦੀ ਤਾਕਤ ਰੱਖਦਾ ਹੈ। ਦੇਖੋ ਕਿਵੇਂ ਇੱਕ ਇਮਾਨਦਾਰ ਐਸਪੀ ਨੇ ਭੇਸ ਬਦਲ ਕੇ ਇਸ ਭ੍ਰਿਸ਼ਟਾਚਾਰ ਦੇ ਕਿਲੇ ਨੂੰ ਢਹਿ ਢੇਰੀ ਕੀਤਾ। ਜੂਨ ਦੀ ਤਪਦੀ ਦੁਪਹਿਰ ਸੀ। ਹਾਈਵੇ ਤੇ ਮਿੱਟੀ ਉਡਾਉਂਦਾ ਇੱਕ ਟਰੱਕ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ। ਟਰੱਕ ਕੀਨੂਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਅੰਦਰ ਟਰੱਕ ਮਾਲਕ ਜੋ ਖੁਦ ਇੱਕ ਕਿਸਾਨ ਸੀ ਤੇ ਉਸ ਦਾ ਡਰਾਈਵਰ ਬੈਠੇ ਸੀ। ਕਿਸਾਨ ਦੇ ਚਿਹਰੇ ਤੇ ਸਕੂਨ ਸੀ ਕਿ ਇਸ ਵਾਰ ਫਸਲ ਚੰਗੀ ਹੋਈ ਹੈ ਤੇ ਮੰਡੀ ਵਿੱਚ ਚੰਗਾ ਮੁਨਾਫਾ ਮਿਲੇਗਾ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਅਗਲੇ ਮੋੜ ਤੇ ਮੁਨਾਫਾ ਨਹੀਂ, ਸਗੋਂ ਮੁਸੀਬਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਅਚਾਨਕ ਰੋਡ ਤੇ ਖੜੇ ਇੱਕ ਪੁਲਿਸ ਮੁਲਾਜ਼ਮ ਨੇ ਹੱਥ ਦੇ ਕੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਤੁਰੰਤ ਟਰੱਕ ਸਾਈਡ ਤੇ ਲਾ ਦਿੱਤਾ। ਡਰਾਈਵਰ ਨੂੰ ਭਰੋਸਾ ਸੀ ਕਿ ਉਸ ਦੇ ਕਾਗਜ਼ ਪੂਰੇ ਹਨ, ਇਸ ਲਈ ਉਹ ਬੇਖੌਫ ਹੋ ਕੇ ਹੇਠਾਂ ਉਤਰਿਆ। ਹਾਂਜੀ ਸਾਹਿਬ, ਸਤਿ ਸ੍ਰੀ ਅਕਾਲ, ਦੱਸੋ ਕੀ ਗੱਲ ਹੈ? ਡਰਾਈਵਰ ਨੇ ਨਿਮਰਤਾ ਨਾਲ ਪੁੱਛਿਆ। ਪੁਲਿਸ ਵਾਲੇ ਦੇ ਚਿਹਰੇ ਤੇ ਰੋਬ ਸੀ। ਕਾਗਜ਼ ਦਿਖਾਓ ਟਰੱਕ ਦੇ, ਉਸਨੇ ਖਰਵੀਂ ਆਵਾਜ਼ ਵਿੱਚ ਕਿਹਾ। ਡਰਾਈਵਰ ਨੇ ਸਾਰੇ ਕਾਗਜ਼, ਆਰਸੀ, ਬੀਮਾ, ਲਾਇਸੈਂਸ ਫੜਾ ਦਿੱਤੇ। ਪੁਲਿਸ ਵਾਲੇ ਨੇ ਕਾਗਜ਼ ਫਰੋਲੇ, ਫਿਰ ਟਰੱਕ ਦੇ ਪਿੱਛੇ ਜਾ ਕੇ ਤਰਪਾਲ ਚੁੱਕ ਕੇ ਦੇਖਿਆ। ਕੀ ਭਰਿਆ ਇਹਦੇ ਵਿੱਚ? ਸਾਹਿਬ ਕੀਨੂ ਨੇ, ਕਿਸਾਨ ਦੀ ਆਪਣੀ ਬਾਗ ਦੀ ਫਸਲ ਹੈ, ਡਰਾਈਵਰ ਨੇ ਜਵਾਬ ਦਿੱਤਾ। ਪੁਲਿਸ ਵਾਲਾ ਕਾਗਜ਼ ਲੈ ਕੇ ਨਾਕੇ ਤੇ ਬਣੇ ਕੈਬਿਨ ਵਿੱਚ ਬੈਠੇ ਵੱਡੇ ਸਾਹਿਬ ਯਾਨੀ ਥਾਣੇਦਾਰ ਕੋਲ ਚਲਾ ਗਿਆ। ਥਾਣੇਦਾਰ ਨੇ ਕਾਗਜ਼ਾਂ ਵੱਲ ਸਰਸਰੀ ਨਿਗਾਹ ਮਾਰੀ ਤੇ ਇੱਕ ਸ਼ਰਾਰਤੀ ਮੁਸਕਰਾਹਟ ਨਾਲ ਕਹਿਣ ਲੱਗਾ, ਇਹਨਾਂ ਕਾਗਜ਼ਾਂ ਵਿੱਚ ਤਾਂ ਬਹੁਤ ਕਮੀਆਂ ਨੇ। ਟਰੱਕ ਪਾਸਿੰਗ ਦਾ ਮਸਲਾ ਹੈ, ਲੋਡਿੰਗ ਗਲਤ ਹੈ, ਤੁਹਾਡਾ ਤਾਂ ਮੋਟਾ ਜੁਰਮਾਨਾ ਬਣਦਾ ਹੈ। ਕਿਸਾਨ ਤੇ ਡਰਾਈਵਰ ਦੋਵੇਂ ਹੱਕੇ ਬੱਕੇ ਰਹਿ ਗਏ। ਪਰ ਸਾਹਿਬ, ਸਾਡੇ ਕਾਗਜ਼ ਤਾਂ ਬਿਲਕੁਲ ਪੂਰੇ ਨੇ, ਅਸੀਂ ਕੱਲ੍ਹ ਹੀ ਚੈੱਕ ਕਰਵਾਏ ਸੀ। ਥਾਣੇਦਾਰ ਨੇ ਮੇਜ਼ ਤੇ ਮੁੱਕਾ ਮਾਰਿਆ। ਮੈਨੂੰ ਕਾਨੂੰਨ ਨਾ ਸਿਖਾ। ਜੇ ਇੱਥੋਂ ਜਾਣਾ ਹੈ ਤਾਂ 50,000 ਰੁਪਏ ਫਾਈਨ ਭਰਨਾ ਪਵੇਗਾ, ਨਹੀਂ ਤਾਂ ਟਰੱਕ ਜ਼ਬਤ ਹੋਵੇਗਾ ਤੇ ਥਾਣੇ ਜਾ ਕੇ ਕੀਨੂ ਸੜਨਗੇ। ਕਿਸਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕੀਨੂ ਅਜਿਹੀ ਫਸਲ ਹੈ ਜੋ ਜ਼ਿਆਦਾ ਦੇਰ ਗਰਮੀ ਵਿੱਚ ਰਹੇ ਤਾਂ ਖਰਾਬ ਹੋ ਜਾਂਦੀ ਹੈ। ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ, ਪਰ ਥਾਣੇਦਾਰ ਟਸ ਤੋਂ ਮਸ ਨਾ ਹੋਇਆ। ਉਸਨੇ ਸਾਫ਼ ਕਹਿ ਦਿੱਤਾ, 50,000 ਦਾ ਇੰਤਜ਼ਾਮ ਕਰੋ, ਫਿਰ ਹੀ ਟਰੱਕ ਇੱਥੋਂ ਹਿੱਲੇਗਾ। ਮਜਬੂਰ ਹੋ ਕੇ ਕਿਸਾਨ ਟਰੱਕ ਤੋਂ ਦੂਰ ਆਇਆ ਤੇ ਆਪਣੇ ਪੜ੍ਹੇ ਲਿਖੇ ਪੁੱਤਰ ਦੀਪਕ ਨੂੰ ਫੋਨ ਲਾਇਆ। ਦੀਪਕ ਨੇ ਸਾਰੀ ਗੱਲ ਸੁਣੀ ਤੇ ਸਮਝ ਲਿਆ ਕਿ ਇਹ ਕਾਨੂੰਨੀ ਜੁਰਮਾਨਾ ਨਹੀਂ, ਸਗੋਂ ਸ਼ਰੇਆਮ ਲੁੱਟ ਹੈ। ਉਸਨੇ ਆਪਣੇ ਪਿਤਾ ਨੂੰ ਹੌਸਲਾ ਦਿੱਤਾ, ਬਾਪੂ ਜੀ ਤੁਸੀਂ 10 ਮਿੰਟ ਰੁਕੋ, ਮੈਂ ਕੁਝ ਕਰਦਾ। ਦੀਪਕ ਨੇ ਤੁਰੰਤ ਇੰਟਰਨੈਟ ਤੇ ਉਸ ਇਲਾਕੇ ਦੇ ਐਸਪੀ ਸਾਹਿਬ ਦਾ ਨੰਬਰ ਲੱਭਿਆ, ਜਿਨ੍ਹਾਂ ਨੇ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਜਦੋਂ ਦੀਪਕ ਨੇ ਐਸਪੀ ਸਾਹਿਬ ਨੂੰ ਸਾਰੀ ਵਿਅਥਾ ਸੁਣਾਈ ਤਾਂ ਦੂਜੇ ਪਾਸੇ ਬੈਠੇ ਇਮਾਨਦਾਰ ਅਫਸਰ ਦਾ ਖੂਨ ਖੌਲ ਉੱਠਿਆ। ਐਸਪੀ ਸਾਹਿਬ ਨੇ ਬੜੇ ਠਰਮੇ ਨਾਲ ਦੀਪਕ ਨੂੰ ਕਿਹਾ, ਤੁਸੀਂ ਆਪਣੇ ਪਿਤਾ ਜੀ ਤੇ ਡਰਾਈਵਰ ਨੂੰ ਕਹੋ ਕਿ ਉਹ ਤੁਰੰਤ ਮੇਰੇ ਦਫ਼ਤਰ ਪਹੁੰਚਣ। ਡਰਨ ਦੀ ਕੋਈ ਲੋੜ ਨਹੀਂ, ਮੈਂ ਉਹਨਾਂ ਦਾ ਹੀ ਇੰਤਜ਼ਾਰ ਕਰ ਰਿਹਾ। ਜਦੋਂ ਦੀਪਕ ਨੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ ਤਾਂ ਉਹ ਡਰ ਗਏ। ਉਹ ਸੋਚਣ ਲੱਗੇ ਕਿ ਐਸਪੀ ਵਰਗਾ ਵੱਡਾ ਅਧਿਕਾਰੀ, ਜਿਸ ਨੂੰ ਮਿਲਣ ਲਈ ਵੱਡੇ-ਵੱਡੇ ਲੋਕ ਤਰਸਦੇ ਨੇ, ਉਹ ਸਾਡੇ ਵਰਗੇ ਆਮ ਕਿਸਾਨਾਂ ਦੀ ਮਦਦ ਕਿਉਂ ਕਰੇਗਾ? ਪਰ ਕੋਈ ਹੋਰ ਚਾਰਾ ਨਾ ਹੋਣ ਕਰਕੇ ਦੋਵੇਂ ਜਣੇ ਡਰਦੇ-ਡਰਦੇ ਐਸਪੀ ਦਫ਼ਤਰ ਪਹੁੰਚ ਗਏ। ਦਫ਼ਤਰ ਦੇ ਬਾਹਰ ਖੜੇ ਸੰਤਰੀ ਨੇ ਉਹਨਾਂ ਨੂੰ ਰੋਕਿਆ। ਹਾਂਜੀ ਬਈ, ਕਿਹਨੂੰ ਮਿਲਣਾ ਹੈ?
ਕਿਸਾਨ ਨੇ ਕੰਬਦੀ ਆਵਾਜ਼ ਵਿੱਚ ਕਿਹਾ, ਜੀ ਐਸਪੀ ਸਾਹਿਬ ਨੇ ਬੁਲਾਇਆ ਹੈ। ਸੰਤਰੀ ਨੇ ਅੰਦਰ ਪੁੱਛਿਆ ਤੇ ਤੁਰੰਤ ਰਸਤਾ ਦੇ ਦਿੱਤਾ। ਜਿਵੇਂ ਹੀ ਉਹ ਅੰਦਰ ਗਏ, ਉਹ ਦੇਖ ਕੇ ਹੈਰਾਨ ਰਹਿ ਗਏ ਕਿ ਐਸਪੀ ਸਾਹਿਬ ਖੁਦ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੇ ਕਿਸਾਨ ਨੂੰ ਕੁਰਸੀ ਤੇ ਬਿਠਾਇਆ ਤੇ ਪਾਣੀ ਪਿਲਾਇਆ। ਦੱਸੋ ਬਜ਼ੁਰਗੋ, ਕਿਹੜਾ ਨਾਕਾ ਹੈ ਤੇ ਉਹ ਅਫਸਰ ਕੌਣ ਹੈ ਜੋ ਤੁਹਾਨੂੰ ਤੰਗ ਕਰ ਰਿਹਾ ਹੈ? ਐਸਪੀ ਸਾਹਿਬ ਨੇ ਬੜੇ ਪਿਆਰ ਨਾਲ ਪੁੱਛਿਆ। ਕਿਸਾਨ ਨੇ ਰੋਂਦੇ ਹੋਏ ਸਾਰੀ ਹਕੀਕਤ ਬਿਆਨ ਕਰ ਦਿੱਤੀ ਕਿ ਕਿਵੇਂ ਥਾਣੇਦਾਰ 50,000 ਰੁਪਏ ਦੀ ਰਿਸ਼ਵਤ ਲਈ ਅੜਿਆ ਹੋਇਆ ਹੈ। ਸਾਰੀ ਗੱਲ ਸੁਣ ਕੇ ਐਸਪੀ ਸਾਹਿਬ ਨੇ ਇੱਕ ਬਹੁਤ ਹੀ ਮਾਈਂਡ ਬਲੋਇੰਗ ਫੈਸਲਾ ਲਿਆ। ਉਹਨਾਂ ਨੇ ਆਪਣੀ ਵਰਦੀ ਉਤਾਰ ਦਿੱਤੀ ਤੇ ਇੱਕ ਸਧਾਰਨ ਜਿਹਾ ਕੁੜਤਾ ਪਜਾਮਾ ਪਾ ਲਿਆ। ਉਹਨਾਂ ਨੇ ਆਪਣੇ ਕੁੜਤੇ ਦੇ ਬਟਨ ਵਿੱਚ ਇੱਕ ਬਹੁਤ ਹੀ ਬਾਰੀਕ ਖੁਫੀਆ ਕੈਮਰਾ ਲਗਾ ਲਿਆ, ਜਿਸ ਦਾ ਲਾਈਵ ਟੈਲੀਕਾਸਟ ਉਹਨਾਂ ਦੇ ਦਫ਼ਤਰ ਵਿੱਚ ਹੋ ਰਿਹਾ ਸੀ। ਚਲੋ ਬਜ਼ੁਰਗੋ, ਮੈਂ ਤੁਹਾਡਾ ਦੋਸਤ ਬਣ ਕੇ ਤੁਹਾਡੇ ਨਾਲ ਚੱਲਾਂਗਾ, ਪਰ ਯਾਦ ਰੱਖਿਓ ਉੱਥੇ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕੌਣ ਹਾਂ, ਐਸਪੀ ਸਾਹਿਬ ਨੇ ਦ੍ਰਿੜ ਇਰਾਦੇ ਨਾਲ ਕਿਹਾ। ਜਦੋਂ ਉਹ ਤਿੰਨੋਂ ਨਾਕੇ ਤੇ ਪਹੁੰਚੇ ਤਾਂ ਥਾਣੇਦਾਰ ਅਜੇ ਵੀ ਕੁਰਸੀ ਤੇ ਲੱਤ ਰੱਖ ਕੇ ਬੈਠਾ ਸੀ। ਐਸਪੀ ਸਾਹਿਬ ਨੇ ਇੱਕ ਮਾਲਕ ਵਾਂਗ ਅੱਗੇ ਹੋ ਕੇ ਕਿਹਾ, ਸਾਹਿਬ ਜੀ, ਮੈਂ ਇਸ ਟਰੱਕ ਦਾ ਮਾਲਕ ਹਾਂ। ਕਿਸਾਨ ਦੇ ਕੀਨੂੰ ਖਰਾਬ ਹੋ ਰਹੇ ਨੇ, ਗਰੀਬ ਬੰਦੇ ਨੇ, ਜਾਣਦੇ ਹੋ ਇਹਨਾਂ ਨੂੰ? ਥਾਣੇਦਾਰ ਨੇ ਬੜੀ ਬੇਰੁਖੀ ਨਾਲ ਦੇਖਿਆ। ਜਾਣ ਦੇਵਾਂਗੇ, ਪਹਿਲਾਂ 50,000 ਰੁਪਏ ਜੁਰਮਾਨਾ ਭਰੋ। ਜੇ ਜ਼ਿਆਦਾ ਬਹਿਸ ਕੀਤੀ ਤਾਂ ਟਰੱਕ ਥਾਣੇ ਲੱਗੇਗਾ ਤੇ ਤੁਹਾਨੂੰ ਅੰਦਰ ਕਰਾਂਗਾ। ਐਸਪੀ ਸਾਹਿਬ ਨੇ ਹੱਥ ਜੋੜੇ। ਸਾਹਿਬ ਜੀ, 50,000 ਬਹੁਤ ਜ਼ਿਆਦਾ ਨੇ, ਕੁਝ ਰਿਆਇਤ ਕਰ ਲਓ। ਥਾਣੇਦਾਰ ਨੇ ਆਕੜ ਕੇ ਕਿਹਾ, ਚੱਲ ਜੇ ਜ਼ਿਆਦਾ ਮਿੰਤਾ ਕਰਦਾ ਹੈ ਤਾਂ 40,000 ਦੇ ਦੇ, 1 ਰੁਪਿਆ ਕੱਟ ਨਹੀਂ ਹੋਣਾ। ਥਾਣੇਦਾਰ ਨੂੰ ਰਤਾ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਬੰਦੇ ਤੋਂ ਉਹ 40,000 ਦੀ ਰਿਸ਼ਵਤ ਮੰਗ ਰਿਹਾ ਹੈ, ਉਹ ਪੂਰੇ ਜ਼ਿਲ੍ਹੇ ਦਾ ਪੁਲਿਸ ਮੁਖੀ ਹੈ। ਰਿਸ਼ਵਤ ਦੀ ਇਹ ਸੌਦੇਬਾਜ਼ੀ ਕੈਮਰੇ ਵਿੱਚ ਕੈਦ ਹੋ ਰਹੀ ਸੀ। ਐਸਪੀ ਸਾਹਿਬ ਨੇ ਜੇਬ ਵਿੱਚੋਂ ਨੋਟ ਕੱਢੇ ਤੇ ਥਾਣੇਦਾਰ ਵੱਲ ਵਧਾ ਦਿੱਤੇ। ਥਾਣੇਦਾਰ ਨੇ ਬੜੀ ਸ਼ਾਨ ਨਾਲ ਪੈਸੇ ਫੜ ਲਏ ਤੇ ਦਰਾਜ਼ ਵਿੱਚ ਰੱਖ ਦਿੱਤੇ। ਪਰ ਜਿਵੇਂ ਹੀ ਥਾਣੇਦਾਰ ਨੇ ਪੈਸੇ ਰੱਖੇ, ਐਸਪੀ ਸਾਹਿਬ ਦੇ ਚਿਹਰੇ ਦੇ ਭਾਵ ਬਦਲ ਗਏ। ਉਹਨਾਂ ਨੇ ਅਜਿਹੀ ਗੱਲ ਕਹੀ ਕਿ ਥਾਣੇਦਾਰ ਦੇ ਸਾਹ ਸੁੱਕ ਗਏ। ਥਾਣੇਦਾਰ ਨੇ ਬੜੀ ਬੇਸ਼ਰਮੀ ਨਾਲ 40,000 ਰੁਪਏ ਫੜ ਕੇ ਦਰਾਜ਼ ਵਿੱਚ ਸੁੱਟੇ ਅਤੇ ਮੁਸਕਰਾ ਕੇ ਬੋਲਿਆ, ਹੁਣ ਲੈ ਜਾ ਆਪਣਾ ਟਰੱਕ ਤੇ ਅੱਗੇ ਤੋਂ ਕਾਗਜ਼ ਪੂਰੇ ਰੱਖੀ। ਥਾਣੇਦਾਰ ਨੂੰ ਲੱਗਿਆ ਕਿ ਉਸਨੇ ਅੱਜ ਮੋਟੀ ਕਮਾਈ ਕਰ ਲਈ ਹੈ, ਪਰ ਉਸਨੂੰ ਕੀ ਪਤਾ ਸੀ ਕਿ ਇਹ ਪੈਸੇ ਉਸਦੀ ਬਰਬਾਦੀ ਦੀ ਪਹਿਲੀ ਕਿਸ਼ਤ ਸਨ। ਐਸਪੀ ਸਾਹਿਬ, ਜੋ ਹੁਣ ਤੱਕ ਇੱਕ ਨਿਮਾਣੇ ਮਾਲਕ ਵਾਂਗ ਗੱਲ ਕਰ ਰਹੇ ਸਨ, ਉਹਨਾਂ ਦੀਆਂ ਅੱਖਾਂ ਵਿੱਚ ਅਚਾਨਕ ਇੱਕ ਅਜੀਬ ਚਮਕ ਆ ਗਈ। ਉਹਨਾਂ ਨੇ ਬੜੀ ਗੰਭੀਰ ਆਵਾਜ਼ ਵਿੱਚ ਕਿਹਾ, ਸਾਹਿਬ ਜੀ, ਇਹ ਤਾਂ ਬਹੁਤ ਵੱਡੀ ਨਾਇਨਸਾਫੀ ਹੈ। ਤੁਹਾਨੂੰ ਇਹ ਵਰਦੀ ਜਨਤਾ ਦੀ ਸੇਵਾ ਲਈ ਮਿਲੀ ਸੀ, ਪਰ ਤੁਸੀਂ ਤਾਂ ਕਿਸਾਨਾਂ ਦਾ ਖੂਨ ਨਿਚੋੜ ਰਹੇ ਹੋ। ਇਹ ਪੈਸਾ ਤੁਹਾਡੀ ਹਲਾਲ ਦੀ ਕਮਾਈ ਨਹੀਂ ਹੈ। ਥਾਣੇਦਾਰ ਦਾ ਪਾਰਾ 7ਵੇਂ ਅਸਮਾਨ ਤੇ ਚੜ ਗਿਆ। ਉਸਨੇ ਕੁਰਸੀ ਤੋਂ ਉੱਠ ਕੇ ਐਸਪੀ ਸਾਹਿਬ ਦੀ ਹਿੱਕ ਵਿੱਚ ਹੱਥ ਮਾਰਿਆ। ਓਏ, ਮੈਨੂੰ ਭਾਸ਼ਣ ਨਾ ਦੇ, ਚੁੱਪ ਕਰਕੇ ਇੱਥੋਂ ਨਿਕਲ ਜਾ, ਨਹੀਂ ਤਾਂ ਪੈਸੇ ਵੀ ਜਾਣਗੇ ਤੇ ਟਰੱਕ ਵੀ ਜ਼ਬਤ ਹੋਵੇਗਾ। ਤੈਨੂੰ ਪਤਾ ਨਹੀਂ ਮੈਂ ਕੌਣ ਹਾਂ? ਮੈਂ ਤੈਨੂੰ ਅਜਿਹੇ ਕੇਸ ਵਿੱਚ ਫਸਾਵਾਂਗਾ ਕਿ ਸਾਰੀ ਉਮਰ ਚੱਕੀਆਂ ਪੀਸਦਾ ਰਵੇਂਗਾ। ਹੁਣ ਥਾਣੇਦਾਰ ਐਸਪੀ ਸਾਹਿਬ ਨੂੰ ਧਮਕਾਉਣ ਲੱਗ ਪਿਆ ਸੀ। ਉਸਨੇ ਆਪਣੇ ਬਾਕੀ ਮੁਲਾਜ਼ਮਾਂ ਨੂੰ ਆਵਾਜ਼ ਮਾਰੀ, ਓਏ, ਇਸ ਬੰਦੇ ਨੂੰ ਫੜ ਕੇ ਅੰਦਰ ਕਰੋ, ਇਹ ਬਹੁਤ ਜ਼ਿਆਦਾ ਬੋਲ ਰਿਹਾ ਹੈ। ਪੁਲਿਸ ਵਾਲੇ ਐਸਪੀ ਸਾਹਿਬ ਵੱਲ ਵਧੇ, ਪਰ ਉਹ ਬਿਲਕੁਲ ਸ਼ਾਂਤ ਖੜੇ ਸਨ। ਇੱਕ ਵਾਰ ਫਿਰ ਸੋਚ ਲਓ ਸਾਹਿਬ ਜੀ, ਅਜੇ ਵੀ ਵਕਤ ਹੈ, ਇਹ ਪੈਸੇ ਵਾਪਸ ਕਰ ਦਿਓ, ਐਸਪੀ ਸਾਹਿਬ ਨੇ ਆਖਰੀ ਮੌਕਾ ਦਿੰਦਿਆਂ ਹੋਏ ਕਿਹਾ। ਥਾਣੇਦਾਰ ਹੱਸਿਆ, ਕੱਢੋ ਇਹਨੂੰ ਬਾਹਰ, ਇਹਦਾ ਟਰੱਕ ਹੁਣ ਥਾਣੇ ਜਾਵੇਗਾ। ਜਿਵੇਂ ਹੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਐਸਪੀ ਸਾਹਿਬ ਨੇ ਬੜੀ ਤੇਜ਼ੀ ਨਾਲ ਆਪਣਾ ਆਈਡੈਂਟੀਟੀ ਕਾਰਡ ਕੱਢਿਆ ਤੇ ਥਾਣੇਦਾਰ ਦੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਲਹਿਰਾ ਦਿੱਤਾ। ਜਿਵੇਂ ਹੀ ਥਾਣੇਦਾਰ ਦੀ ਨਜ਼ਰ ਉਸ ਨੀਲੇ ਕਾਰਡ ਤੇ ਪਈ ਤੇ ਉਸਨੇ ਉੱਪਰ ਲਿਖਿਆ ਪੜਿਆ, ਸੁਪਰੀਟੈਂਡੈਂਟ ਆਫ ਪੁਲਿਸ ਐਸਪੀ, ਤਾਂ ਉਸਦੇ ਹੱਥਾਂ ਪੈਰਾਂ ਦੀਆਂ ਚੀਕਾਂ ਨਿਕਲ ਗਈਆਂ। ਉਸਦੇ ਮੂੰਹ ਦਾ ਰੰਗ ਇੱਕ ਪਲ ਵਿੱਚ ਹਲਦੀ ਵਾਂਗ ਪੀਲਾ ਪੈ ਗਿਆ। ਉਸਦੀਆਂ ਲੱਤਾਂ ਕੰਬਣ ਲੱਗ ਗਈਆਂ ਤੇ ਜਿਸ ਹੱਥ ਨਾਲ ਉਸਨੇ ਰਿਸ਼ਵਤ ਲਈ ਸੀ, ਉਹ ਹੱਥ ਆਪਣੇ ਆਪ ਕੰਬ ਕੇ ਥੱਲੇ ਡਿੱਗ ਪਿਆ। ਨਾਕੇ ਤੇ ਮੌਜੂਦ ਬਾਕੀ ਪੁਲਿਸ ਵਾਲੇ ਜੋ ਹੁਣ ਤੱਕ ਰੌਬ ਪਾ ਰਹੇ ਸਨ, ਉਹ ਪੱਥਰ ਦੇ ਬੁੱਤ ਬਣ ਗਏ। ਥਾਣੇਦਾਰ ਨੇ ਕੰਬਦੇ ਹੱਥਾਂ ਨਾਲ ਐਸਪੀ ਸਾਹਿਬ ਨੂੰ ਸਲੂਟ ਮਾਰਿਆ। ਉਸਦੀ ਆਵਾਜ਼ ਨਿਕਲਣੀ ਬੰਦ ਹੋ ਗਈ ਸੀ। ਸਾਹਿਬ ਜੀ, ਮੈਨੂੰ ਮਾਫ ਕਰ ਦਿਓ, ਮੈਨੂੰ ਪਤਾ ਨਹੀਂ ਸੀ। ਥਾਣੇਦਾਰ ਮਿੰਨਤਾਂ ਕਰਨ ਲੱਗ ਪਿਆ। ਐਸਪੀ ਸਾਹਿਬ ਨੇ ਗਰਜ ਕੇ ਕਿਹਾ, ਮਾਫੀ? ਜਿਹੜੀ ਲੁੱਟ ਤੁਸੀਂ ਰੋਜ਼ ਕਰਦੇ ਹੋ, ਉਹਦੀ ਮਾਫੀ? ਅੱਜ ਤੁਸੀਂ ਰੰਗੇ ਹੱਥੀ ਫੜੇ ਗਏ ਹੋ। ਤੁਹਾਡੀ ਹਰ ਗੱਲ, ਹਰ ਸੌਦੇਬਾਜ਼ੀ ਮੇਰੇ ਆਫਿਸ ਵਿੱਚ ਲਾਈਵ ਰਿਕਾਰਡ ਹੋ ਰਹੀ ਹੈ। ਥਾਣੇਦਾਰ ਦੇ ਸਾਹ ਸੁੱਕ ਗਏ। ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦਾ ਕੈਰੀਅਰ ਅਤੇ ਇੱਜ਼ਤ ਸਭ ਕੁਝ ਮਿੱਟੀ ਵਿੱਚ ਮਿਲ ਚੁੱਕਾ ਹੈ। ਐਸਪੀ ਸਾਹਿਬ ਨੇ ਤੁਰੰਤ ਆਪਣਾ ਫੋਨ ਕੱਢਿਆ ਅਤੇ ਹੈੱਡਕੁਆਰਟਰ ਫੋਨ ਲਾਇਆ। ਤੁਰੰਤ ਫੋਰਸ ਭੇਜੋ, ਇੱਥੇ ਨਾਕੇ ਤੇ ਸਰੇਆਮ ਡਾਕਾ ਮਾਰਿਆ ਜਾ ਰਿਹਾ ਹੈ। ਨਾਕੇ ਤੇ ਸੰਨਾਟਾ ਪਸਰ ਗਿਆ ਸੀ। ਥਾਣੇਦਾਰ ਦੀ ਹਾਲਤ ਅਜਿਹੀ ਸੀ ਜਿਵੇਂ ਕਿਸੇ ਨੇ ਜਿਉਂਦੇ ਦੀ ਰੂਹ ਕੱਢ ਲਈ ਹੋਵੇ। ਐਸਪੀ ਸਾਹਿਬ ਦੇ ਇੱਕ ਫੋਨ ਤੋਂ ਮਹਿਜ਼ 10 ਮਿੰਟਾਂ ਦੇ ਅੰਦਰ ਹੀ ਪੁਲਿਸ ਦੀਆਂ ਨੀਲੀਆਂ ਲਾਲ ਬੱਤੀਆਂ ਵਾਲੀਆਂ 3 ਗੱਡੀਆਂ ਸਾਇਰਨ ਵਜਾਉਂਦੀਆਂ ਉੱਥੇ ਪਹੁੰਚ ਗਈਆਂ। ਗੱਡੀਆਂ ਵਿੱਚੋਂ ਵਰਦੀਧਾਰੀ ਪੁਲਿਸ ਮੁਲਾਜ਼ਮ ਤੇ ਉੱਚ ਅਧਿਕਾਰੀ ਬਾਹਰ ਨਿਕਲੇ। ਉਹਨਾਂ ਨੇ ਜਿਵੇਂ ਹੀ ਆਪਣੇ ਜ਼ਿਲ੍ਹਾ ਮੁਖੀ ਐਸਪੀ ਨੂੰ ਸਾਧਾਰਨ ਕੁੜਤੇ ਪਜਾਮੇ ਵਿੱਚ ਦੇਖਿਆ, ਉਹ ਸਭ ਹੈਰਾਨ ਰਹਿ ਗਏ ਤੇ ਤੁਰੰਤ ਸਲੂਟ ਮਾਰੇ।
ਐਸਪੀ ਸਾਹਿਬ ਨੇ ਬਿਨਾਂ ਵਕਤ ਗਵਾਏ ਹੁਕਮ ਦਿੱਤਾ, ਇਸ ਥਾਣੇਦਾਰ ਅਤੇ ਇੱਥੇ ਮੌਜੂਦ ਸਾਰੇ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਵੋ, ਇਹਨਾਂ ਦੇ ਹਥਿਆਰ ਜਮ੍ਹਾਂ ਕਰੋ ਅਤੇ ਇਹਨਾਂ ਦੀਆਂ ਜੇਬਾਂ ਤੇ ਦਰਾਜ਼ ਦੀ ਤਲਾਸ਼ੀ ਲਵੋ। ਜਦੋਂ ਥਾਣੇਦਾਰ ਦੇ ਦਰਾਜ਼ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਸਿਰਫ ਕਿਸਾਨ ਵਾਲੇ 40,000 ਹੀ ਨਹੀਂ ਬਲਕਿ ਨੋਟਾਂ ਦੀਆਂ ਕਈ ਹੋਰ ਗੁੱਡੀਆਂ ਵੀ ਬਰਾਮਦ ਹੋਈਆਂ। ਇਹ ਉਹ ਪੈਸੇ ਸਨ ਜੋ ਉਸਨੇ ਪਿਛਲੇ ਕੁਝ ਘੰਟਿਆਂ ਵਿੱਚ ਹੀ ਹੋਰ ਮਜਬੂਰ ਲੋਕਾਂ ਕੋਲੋਂ ਲੁੱਟੇ ਸਨ। ਐਸਪੀ ਸਾਹਿਬ ਨੇ ਉਹ ਸਾਰੇ ਪੈਸੇ ਸੀਲ ਕਰਵਾ ਦਿੱਤੇ। ਥਾਣੇਦਾਰ ਹੁਣ ਐਸਪੀ ਸਾਹਿਬ ਦੇ ਪੈਰਾਂ 'ਚ ਡਿੱਗ ਪਿਆ। ਸਾਹਿਬ ਜੀ, ਇੱਕ ਮੌਕਾ ਦੇ ਦਿਓ, ਮੇਰੇ ਬੱਚਿਆਂ ਦਾ ਸੋਚੋ, ਮੇਰੀ ਇੱਜ਼ਤ ਮਿੱਟੀ 'ਚ ਮਿਲ ਜਾਵੇਗੀ। ਐਸਪੀ ਸਾਹਿਬ ਨੇ ਨਫ਼ਰਤ ਨਾਲ ਉਸ ਦਾ ਹੱਥ ਪਿੱਛੇ ਹਟਾਇਆ। ਜਦੋਂ ਤੂੰ ਇਸ ਗਰੀਬ ਕਿਸਾਨ ਦਾ ਟਰੱਕ ਰੋਕਿਆ ਸੀ ਉਦੋਂ ਤੈਨੂੰ ਇਹਦੇ ਬੱਚਿਆਂ ਦਾ ਖਿਆਲ ਨਹੀਂ ਆਇਆ? ਜਦੋਂ ਤੂੰ ਕੀਨੂਆ ਨਾਲ ਲੱਦਿਆ ਟਰੱਕ ਜ਼ਬਤ ਕਰਨ ਦੀ ਧਮਕੀ ਦਿੱਤੀ ਸੀ ਉਦੋਂ ਤੈਨੂੰ ਇਹਦੀ ਮਿਹਨਤ ਦੀ ਇੱਜ਼ਤ ਨਹੀਂ ਦਿਸੀ? ਹੁਣ ਕਾਨੂੰਨ ਆਪਣਾ ਕੰਮ ਕਰੇਗਾ। ਐਸਪੀ ਸਾਹਿਬ ਨੇ ਕਿਸਾਨ ਤੇ ਡਰਾਈਵਰ ਵੱਲ ਦੇਖਿਆ ਜੋ ਅਜੇ ਵੀ ਸੁੰਨ ਖੜੇ ਇਹ ਸਾਰਾ ਮੰਜ਼ਰ ਦੇਖ ਰਹੇ ਸਨ। ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜਿਸ ਬੰਦੇ ਨਾਲ ਉਹ ਸਾਧਾਰਨ ਮਾਲਕ ਸਮਝ ਕੇ ਗੱਲਾਂ ਕਰ ਰਹੇ ਸੀ ਇਹ ਇੰਨਾ ਵੱਡਾ ਅਫਸਰ ਹੈ। ਐਸਪੀ ਸਾਹਿਬ ਨੇ ਕਿਸਾਨ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਬਜ਼ੁਰਗੋ, ਤੁਹਾਡਾ ਟਰੱਕ ਹੁਣ ਆਜ਼ਾਦ ਹੈ। ਤੁਸੀਂ ਬਿਨਾਂ ਕਿਸੇ ਡਰ ਤੋਂ ਆਪਣਾ ਮਾਲ ਮੰਡੀ ਲੈ ਕੇ ਜਾਓ। ਤੁਹਾਡੇ 1 ਰੁਪਏ ਦਾ ਵੀ ਨੁਕਸਾਨ ਨਹੀਂ ਹੋਵੇਗਾ। ਕਿਸਾਨ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਉਸਨੇ ਐਸਪੀ ਸਾਹਿਬ ਦਾ ਸ਼ੁਕਰੀਆ ਕੀਤਾ, ਪਰ ਐਸਪੀ ਸਾਹਿਬ ਨੇ ਕਿਹਾ, ਸ਼ੁਕਰੀਆ ਮੇਰਾ ਨਹੀਂ, ਆਪਣੇ ਪੜ੍ਹੇ ਲਿਖੇ ਪੁੱਤ ਦਾ ਕਰੋ ਜਿਸ ਨੇ ਸਹੀ ਵਕਤ ਤੇ ਸਹੀ ਕਦਮ ਚੁੱਕਿਆ। ਥਾਣੇਦਾਰ ਤੇ ਉਸਦੇ ਸਾਥੀਆਂ ਨੂੰ ਪੁਲਿਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ, ਪਰ ਇਹ ਤਾਂ ਸਿਰਫ ਸ਼ੁਰੂਆਤ ਸੀ। ਐਸਪੀ ਸਾਹਿਬ ਨੇ ਹੁਕਮ ਦਿੱਤਾ ਕਿ ਇਹਨਾਂ ਸਾਰਿਆਂ ਦੀ ਪ੍ਰਾਪਰਟੀ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇ। ਉਹ ਜਾਣਨਾ ਚਾਹੁੰਦੇ ਸਨ ਕਿ ਵਰਦੀ ਦੀ ਆੜ ਵਿੱਚ ਇਹਨਾਂ ਨੇ ਕਿੰਨੀ ਨਜਾਇਜ਼ ਜਾਇਦਾਦ ਬਣਾਈ ਹੈ। ਅਗਲੇ ਕੁਝ ਘੰਟਿਆਂ ਵਿੱਚ ਹੀ ਪੂਰੇ ਮਹਿਕਮੇ ਵਿੱਚ ਖਬਰ ਫੈਲ ਗਈ ਕਿ ਕੁੜਤੇ ਪਜਾਮੇ ਵਾਲੇ ਐਸਪੀ ਨੇ ਭ੍ਰਿਸ਼ਟਾਚਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਅਗਲੇ ਦਿਨ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਸਨ, ਭੇਸ ਬਦਲ ਕੇ ਆਏ ਐਸਪੀ ਨੇ ਰੰਗੇ ਹੱਥੀ ਫੜਿਆ ਭ੍ਰਿਸ਼ਟ ਥਾਣੇਦਾਰ। ਸੋਸ਼ਲ ਮੀਡੀਆ ਤੇ ਕੁੜਤੇ ਪਜਾਮੇ ਵਾਲੇ ਐਸਪੀ ਦੀ ਚਰਚਾ ਚਾਰੇ ਪਾਸੇ ਹੋ ਰਹੀ ਸੀ। ਲੋਕਾਂ ਦੇ ਦਿਲਾਂ ਵਿੱਚ ਪੁਲਿਸ ਪ੍ਰਤੀ ਇੱਜ਼ਤ ਹੋਰ ਵੱਧ ਗਈ ਸੀ, ਪਰ ਕਾਰਵਾਈ ਅਜੇ ਖਤਮ ਨਹੀਂ ਹੋਈ ਸੀ। ਐਸਪੀ ਸਾਹਿਬ ਨੇ ਉਹ ਸਾਰੀ ਖੁਫੀਆ ਰਿਕਾਰਡਿੰਗ ਜੋ ਉਹਨਾਂ ਦੇ ਬਟਨ ਕੈਮਰੇ ਵਿੱਚ ਕੈਦ ਹੋਈ ਸੀ ਅਦਾਲਤ ਵਿੱਚ ਪੇਸ਼ ਕੀਤੀ। ਜਦੋਂ ਜੱਜ ਸਾਹਿਬ ਨੇ ਥਾਣੇਦਾਰ ਨੂੰ ਸ਼ਰੇਆਮ 40,000 ਦੀ ਰਿਸ਼ਵਤ ਮੰਗਦੇ ਅਤੇ ਕਿਸਾਨ ਨੂੰ ਧਮਕਾਉਂਦੇ ਦੇਖਿਆ ਤਾਂ ਉਹਨਾਂ ਨੇ ਸਖਤ ਟਿੱਪਣੀ ਕੀਤੀ। ਅਦਾਲਤ ਨੇ ਥਾਣੇਦਾਰ ਤੇ ਉਸਦੇ ਸਾਥੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਅਤੇ ਜੇਲ੍ਹ ਭੇਜਣ ਦਾ ਹੁਕਮ ਸੁਣਾ ਦਿੱਤਾ। ਇੰਨਾ ਹੀ ਨਹੀਂ, ਉਹਨਾਂ ਦੀ ਸਾਰੀ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਵੀ ਸੀਲ ਕਰ ਦਿੱਤਾ ਗਿਆ। ਉਧਰ ਉਹ ਕਿਸਾਨ ਜਦੋਂ ਮੰਡੀ ਵਿੱਚ ਆਪਣਾ ਮਾਲ ਵੇਚ ਕੇ ਵਾਪਸ ਆਇਆ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪੁੱਤ ਦੀਪਕ ਨੂੰ ਗਲੇ ਲੱਗ ਕੇ ਰੋਇਆ। ਉਸਨੇ ਕਿਹਾ, ਪੁੱਤ, ਅੱਜ ਤੇਰੀ ਪੜ੍ਹਾਈ ਸਫਲ ਹੋ ਗਈ। ਜੇ ਤੂੰ ਸਹੀ ਸਮੇਂ ਤੇ ਹਿੰਮਤ ਨਾ ਦਿਖਾਉਂਦਾ ਤਾਂ ਅੱਜ ਸਾਡੀ ਮਿਹਨਤ ਲੁੱਟੀ ਜਾਣੀ ਸੀ। ਕੁਝ ਦਿਨਾਂ ਬਾਅਦ ਐਸਪੀ ਸਾਹਿਬ ਨੇ ਦੀਪਕ ਅਤੇ ਉਸਦੇ ਪਿਤਾ ਨੂੰ ਆਪਣੇ ਦਫ਼ਤਰ ਸਨਮਾਨਿਤ ਕਰਨ ਲਈ ਬੁਲਾਇਆ। ਉਹਨਾਂ ਨੇ ਦੀਪਕ ਦੀ ਪਿੱਠ ਥੱਪੜਦਿਆਂ ਕਿਹਾ, ਜੇ ਹਰ ਨੌਜਵਾਨ ਤੇਰੇ ਵਾਂਗ ਜਾਗਰੂਕ ਹੋ ਜਾਵੇ ਅਤੇ ਗਲਤ ਦੇ ਖਿਲਾਫ ਆਵਾਜ਼ ਉਠਾਏ ਤਾਂ ਸਾਡੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਦੀ ਜੜ ਇੱਕ ਦਿਨ ਵਿੱਚ ਵੱਢੀ ਜਾ ਸਕਦੀ ਹੈ। ਕਿਸਾਨ ਨੇ ਹੱਥ ਜੋੜ ਕੇ ਕਿਹਾ, ਸਾਹਿਬ ਜੀ, ਤੁਸੀਂ ਸਾਡੇ ਵਰਗੇ ਗਰੀਬਾਂ ਲਈ ਰੱਬ ਬਣ ਕੇ ਆਏ, ਤੁਹਾਡਾ ਬਹੁਤ ਧੰਨਵਾਦ। ਐਸਪੀ ਸਾਹਿਬ ਨੇ ਮੁਸਕਰਾ ਕੇ ਜਵਾਬ ਦਿੱਤਾ, ਬਜ਼ੁਰਗੋ, ਧੰਨਵਾਦ ਦੀ ਲੋੜ ਨਹੀਂ, ਇਹ ਮੇਰਾ ਫਰਜ਼ ਸੀ। ਪੁਲਿਸ ਦੀ ਵਰਦੀ ਜਨਤਾ ਨੂੰ ਡਰਾਉਣ ਲਈ ਨਹੀਂ, ਉਹਨਾਂ ਦਾ ਸਹਾਰਾ ਬਣਨ ਲਈ ਹੁੰਦੀ ਹੈ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਰ ਪੁਲਿਸ ਵਾਲਾ ਬੇਈਮਾਨ ਨਹੀਂ ਹੁੰਦਾ। ਕੁਝ ਮੁੱਠੀ ਭਰ ਲੋਕਾਂ ਕਰਕੇ ਪੂਰਾ ਮਹਿਕਮਾ ਬਦਨਾਮ ਹੋ ਜਾਂਦਾ ਹੈ, ਪਰ ਅੱਜ ਵੀ ਸਾਡੇ ਦੇਸ਼ ਵਿੱਚ ਅਜਿਹੇ ਇਮਾਨਦਾਰ ਅਫਸਰ ਮੌਜੂਦ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੱਚ ਲਈ ਲੜਦੇ ਹਨ। ਦੂਜੀ ਗੱਲ, ਜਾਗਰੂਕ ਬਣੋ। ਜੇ ਕੋਈ ਅਧਿਕਾਰੀ ਤੁਹਾਡੇ ਕੋਲੋਂ ਨਜਾਇਜ਼ ਪੈਸੇ ਮੰਗਦਾ ਹੈ ਤਾਂ ਡਰੋ ਨਾ, ਆਪਣੀ ਆਵਾਜ਼ ਉਠਾਓ ਅਤੇ ਸਹੀ ਅਥਾਰਟੀ ਤੱਕ ਪਹੁੰਚ ਕਰੋ। ਤੁਹਾਡੀ ਇੱਕ ਹਿੰਮਤ ਕਿਸੇ ਭ੍ਰਿਸ਼ਟ ਇਨਸਾਨ ਦੀ ਦੁਕਾਨ ਬੰਦ ਕਰ ਸਕਦੀ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਬਸ ਹਿੰਮਤ ਕਰਨ ਦੀ ਲੋੜ ਹੈ। ਧੰਨਵਾਦ।